ਧੰਨ ਵਾਹਿਗੁਰੂ ਸਾਹਿਬ ਜੀ। ਸਾਹਿਬ ਸਿਮਰਹੁ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ। ਇਥੈ ਧੰਦਾ ਕੂੜਾ ਚਾਰ ਦਿਹਾ, ਆਗੈ ਸਰ ਪਰ ਜਾਣਾ। ਆਗੈ ਸਰ ਪਰ ਜਾਣਾ ਜਿਉ ਮਹਿਮਾਣਾ, ਕਾਹੇ ਗਾਰਬ ਕੀਜੈ। ਜਿਤ ਸੇਵਿਐ ਦਰਗਾ ਸੁਖ ਪਾਈਐ, ਨਾਮ ਤਿਸੈ ਕਾ ਲੀਜੈ। ਆਗੈ ਹੁਕਮ ਨ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ। ਸਾਹਿਬ ਸਿਮਰਹੁ ਮੇਰੇ ਭਾਈ ਹੋ, ਸਭਨਾ ਇਹ ਪਿਆਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਅਲਹਾਣੀਆਂ ਬਾਣੀ ਦੀ ਪਾਵਨ ਵਿਚਾਰ। ਕੱਲ੍ਹ ਪਹਿਲੇ ਬੰਦ ਦੀਆਂ 3 ਆਰੰਭਕ ਪੰਕਤੀਆਂ ਜਿਹੜੀਆਂ ਨੇ ਉਹ ਆਪਾਂ ਸਾਂਝੀਆਂ ਕੀਤੀਆਂ ਸਨ, ਜਿਸ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸਮਝਾਉਣਾ ਕੀਤਾ ਕਿ ਭਾਈ, ਜਿਸ ਵੇਲੇ ਰੱਬ ਵੱਲੋਂ ਦਿੱਤਾ ਹੋਇਆ ਸਮਾਂ ਜੀਵ ਦਾ ਸਮਾਪਤ ਹੋ ਜਾਂਦਾ ਏ ਤੇ ਜੀਵ ਨੂੰ ਜਿਹੜਾ ਏ ਉਹ ਜੰਮ ਆਪਣੇ ਨਾਲ ਅੱਗੇ ਲਾ ਕੇ ਲੈ ਜਾਂਦੇ ਨੇ, ਤੇ ਉਹਦੇ ਮਗਰ ਜਿਹੜੇ ਪਰਿਵਾਰ ਵਾਲੇ ਨੇ, ਭੈਣ ਭਰਾ, ਸਤਿਗੁਰੂ ਕਹਿਣ ਲੱਗੇ ਉਹ ਰੋਂਦੇ ਰਹਿ ਜਾਂਦੇ ਨੇ। ਇਸ ਪਾਵਨ ਪੰਕਤੀ ਤੇ ਆਪਾਂ ਕੱਲ੍ਹ ਸਮਾਪਤੀ ਕੀਤੀ ਸੀ। ਜਾਨੀ ਘੱਤ ਚਲਾਇਆ, ਲਿਖਿਆ ਆਇਆ, ਰੁੰਨੇ ਵੀਰ ਸਬਾਏ। ਜਾਨੀ ਦਾ ਅਰਥ ਹੈ ਜੀਵ ਆਤਮਾ, ਘੱਤ ਦਾ ਅਰਥ ਹੈ ਅੱਗੇ ਲਾ ਕੇ ਲੈ ਜਾਣਾ। ਕਹਿਣ ਲੱਗੇ ਜੀਵ ਆਤਮਾ ਨੂੰ ਜਦੋਂ ਰੱਬ ਦਾ ਲਿਖਿਆ ਹੋਇਆ ਫੁਰਮਾਨ ਆ ਗਿਆ, ਰੱਬ ਦੇ ਘਰੋਂ ਸੱਦਾ ਆ ਗਿਆ ਤੇ ਜੀਵ ਆਤਮਾ ਨੂੰ ਅੱਗੇ ਲਾ ਕੇ ਲੈ ਲਿਆ ਜਾਂਦਾ ਏ। ਰੁੰਨੇ ਵੀਰ ਸਬਾਏ, ਮਗਰ ਜਿਹੜੇ ਪਰਿਵਾਰ ਵਾਲੇ ਨੇ ਉਹ ਇੱਥੇ ਰੋਂਦੇ ਰਹਿ ਜਾਂਦੇ ਨੇ। ਇਹ ਵਿਚਾਰ ਆਪਾਂ ਕੱਲ੍ਹ ਕੀਤੀ ਸੀ। ਅੱਜ ਸਤਿਗੁਰੂ ਜੀ ਅਗਲੇਰੀ ਵਿਚਾਰ ਬਖਸ਼ਿਸ਼ ਕਰਦੇ ਨੇ। ਕਹਿਣਗੇ ਕਾਇਆ ਹੰਸ ਥੀਆ ਵੇ ਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ। ਕਾਇਆ ਦਾ ਅਰਥ ਹੈ ਸਰੀਰ, ਹੰਸ ਦਾ ਅਰਥ ਹੈ ਆਤਮਾ। ਇਹਨੂੰ ਜੀਵ ਆਤਮਾ ਅਰਥ ਕਰਾਂਗੇ ਪੁਰਸ਼ ਲਿੰਗ ਦੇ ਵਿੱਚ। ਥੀਆ ਵਿਛੋੜਾ, ਇਹਦੇ ਅਰਥ ਕਰਾਂਗੇ ਦੋਵਾਂ ਦਾ ਵਿਛੋੜਾ ਪੈ ਗਿਆ। ਕਾਇਆ ਹੰਸ ਥੀਆ ਵਿਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ। ਪੁੰਨੇ ਦਾ ਅਰਥ ਹੈ ਪੁੱਗ ਗਏ, ਭਾਵ ਅਰਥ ਕਰਾਂਗੇ ਖਤਮ ਹੋ ਗਏ। ਕਹਿਣ ਲੱਗੇ ਹੇ ਮੇਰੀ ਮਾਂ, ਜਦੋਂ ਕਿਸੇ ਮਨੁੱਖ ਦੇ ਦਿੱਤੇ ਹੋਏ ਰੱਬ ਵੱਲੋਂ ਦਿਨ ਪੂਰੇ ਹੋ ਜਾਂਦੇ ਨੇ, ਉਦੋਂ ਫਿਰ ਉਹਦੀ ਆਤਮਾ ਤੇ ਉਹਦੇ ਸਰੀਰ ਦਾ ਜਿਹੜਾ ਉਹ ਵਿਛੋੜਾ ਪੈ ਜਾਂਦਾ ਹੈ। ਸਤਿਗੁਰੂ ਜੀ ਅੱਜ ਸਾਨੂੰ ਸਮਝਾ ਕੀ ਰਹੇ ਨੇ ਇਸ ਪੰਕਤੀ 'ਚ। ਦੇਖੋ, ਇਹ ਤਨ ਜਿਹੜਾ ਏ ਇਹਦੀ ਆਪਣੀ ਕੋਈ ਹੋਂਦ ਨਹੀਂ। ਤਨ ਤਾਂ ਜਿਹੜਾ ਉਹ ਵਿਕਾਸ ਕਰਦਾ ਹੈ, ਤਾਂ ਤੁਰਿਆ ਫਿਰਦਾ ਜੇ ਇਹਦੇ ਅੰਦਰ ਆਤਮਾ ਬੈਠਾ ਹੋਇਆ ਹੈ। ਜਿੰਨਾ ਚਿਰ ਅੰਦਰ ਜਿੰਦ ਨਹੀਂ, ਅੰਦਰ ਜੀਵ ਆਤਮਾ ਨਹੀਂ, ਅੰਦਰ ਰੱਬ ਦੀ ਜੋਤ ਨਹੀਂ, ਇਹ ਸਰੀਰ ਕਿਸੇ ਕੰਮ ਨਹੀਂ ਆਵੇਗਾ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਪਾਂ ਪਾਵਨ ਬਚਨ ਪੜ੍ਹਦੇ ਹਾਂ। ਕਹਿ ਲਗੇ ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਹ ਪਾਉਣ ਦਾ ਵਾਜਾ ਪ੍ਰਮਾਤਮਾ ਨੇ ਵਜਾਇਆ ਹੋਇਆ ਹੈ। ਇਹ ਪਾਉਣ ਚੱਲੇਗੀ, ਸਵਾਸ ਚੱਲਣਗੇ ਤੇ ਸਰੀਰ ਚੱਲਦਾ ਫਿਰਦਾ ਹੈ। ਜਦੋਂ ਸਵਾਸ ਨਿਕਲ ਗਏ ਤੇ ਪਿਆ ਹੋਇਆ ਸਰੀਰ ਮਿੱਟੀ ਦੀ ਢੇਰੀ ਬਣ ਜਾਂਦਾ। ਇਹ ਕਿਸੇ ਵੀ ਕੰਮ ਨਹੀਂ ਆਉਂਦਾ।
ਸਤਿਗੁਰੂ ਕਹਿਣ ਲੱਗੇ ਜਦੋਂ ਦਿਨ ਫਿਰ ਪੂਰੇ ਹੋ ਜਾਂਦੇ ਨੇ, ਰੱਬ ਵੱਲੋਂ ਦਿੱਤੇ ਹੋਏ ਦਿਨ ਜਦੋਂ ਪੂਰੇ ਹੋ ਜਾਂਦੇ ਨੇ, ਫਿਰ ਇਸ ਜੀਵ ਆਤਮਾ ਦਾ ਤੇ ਇਸ ਕਾਇਆ ਦਾ, ਇਸ ਸਰੀਰ ਦਾ ਵਿਛੋੜਾ ਪੈ ਜਾਂਦਾ ਹੈ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਇੱਕ ਬੜਾ ਪਿਆਰਾ ਬਚਨ ਹੈ ਸਤਿਗੁਰਾਂ ਦਾ। ਇੱਥੇ ਵੀ ਸਤਿਗੁਰਾਂ ਨੇ ਥੋੜ੍ਹਾ ਜਿਹਾ ਧਿਆਨ ਦੇ ਲਈਏ। ਆਪਾਂ ਕਾਇਆ ਦਾ ਅਰਥ ਕਰਨਾ ਹੈ ਜੀ ਸਰੀਰ, ਹੰਸ ਦਾ ਅਰਥ ਹੈ ਜੀਵ ਆਤਮਾ। ਕਾਇਆ ਨੂੰ, ਸਰੀਰ ਨੂੰ ਇਸਤਰੀ ਲਿੰਗ ਦੇ ਵਿੱਚ, ਤੇ ਅੰਦਰ ਬੈਠੀ ਹੋਈ ਰੱਬ ਦੀ ਜਿਹੜੀ ਜੋਤ ਹੈ ਜਾਂ ਜੀਵ ਆਤਮਾ, ਉਹਨੂੰ ਪੁਰਸ਼ ਲਿੰਗ ਦੇ ਵਿੱਚ ਆਪਾਂ ਰੱਖ ਕੇ ਅਰਥ ਕਰਨੇ ਨੇ। ਇੱਕ ਗੁਰੂ ਅਰਜਨ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ। ਕਹਿਣ ਲੱਗੇ ਅਸਲ ਦੇ ਵਿੱਚ, ਕਿਉਂਕਿ ਹੁਣ ਜੀਵ ਆਤਮਾ ਤੇ ਕਾਇਆ ਇਹ ਦੋਵੇਂ ਇਕੱਠੇ ਰਹਿੰਦੇ ਨੇ, ਫਿਰ ਇਸ ਚੀਜ਼ ਨੂੰ ਸਮਝਿਓ। ਜੀਵ ਆਤਮਾ ਅਮਰ ਹੈ, ਜਿਹੜੀ ਅੰਦਰ ਰੱਬ ਦੀ ਜੋਤ ਹੈ, ਉਹਨੇ ਨਹੀਂ ਕਦੇ ਵੀ ਮਰਨਾ। ਉਹ ਨਾ ਬਚਪਨ ਦੇ ਵਿੱਚ ਜਾਣਾ ਹੈ ਤੇ ਨਾ ਉਹਨੇ ਬਜ਼ੁਰਗੀ 'ਚ ਜਾਣਾ। ਉਹ ਇੱਕ ਰੱਬ ਦੀ ਅੰਸ਼ ਹੈ, ਪਰ ਉਹ ਇਸ ਸਰੀਰ ਦੇ ਵਿੱਚ ਆ ਕੇ ਜਿਹੜਾ ਹੈ ਉਹ ਸਫ਼ਰ ਤੈਅ ਕਰਦੀ ਹੈ। ਫਿਰ ਜੋਤ ਜਿਹੜੀ ਹੈ, ਹੁਣ ਸਰੀਰ ਦਾ ਤੇ ਇਸ ਰੱਬ ਦੀ ਜੋਤ ਦਾ ਜਿਹੜਾ, ਇਹ ਜਿਹਦੇ ਲਈ ਸਤਿਗੁਰੂ ਹੰਸ ਸ਼ਬਦ ਵਰਤਦੇ, ਇਹਦਾ ਬੜਾ ਗੂੜਾ ਸੁਮੇਲ ਹੈ। ਜਿਵੇਂ ਮੈਂ ਕਹਿ ਦਿੱਤਾ, ਇਕੱਲਾ ਸਰੀਰ ਵੀ ਵਿਕਾਸ ਨਹੀਂ ਕਰ ਸਕਦਾ। ਹੁਣ ਇਹਨਾਂ ਦੀ ਜੋੜੀ ਬਣ ਕੇ ਰਹਿੰਦੀ ਹੈ। ਤੇ ਉੱਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸੰਵਾਦ ਰਚਾਇਆ ਆਪਸ ਦੇ ਵਿੱਚ ਕਾਇਆ ਤੇ ਜੀਵ ਆਤਮਾ ਦਾ। ਹੁਣ ਕਾਇਆ ਜਿਹੜੀ, ਇਹ ਸਰੀਰ ਕਾਇਆ ਇਸਤਰੀ ਲਿੰਗ 'ਚ ਲੈ ਰਹੇ ਆਪਾਂ, ਕਾਇਆ ਉਸ ਜੀਵ ਆਤਮਾ ਨੂੰ ਕਹਿੰਦੀ ਹੈ। ਕਹਿਣ ਲੱਗੀ ਕਿ ਤੂੰ ਮੇਰੇ ਨਾਲ ਬੜੇ ਲੰਮੇ ਸਮੇਂ ਤੋਂ ਰਹਿ ਰਿਹਾ, ਕਿਉਂਕਿ ਜਦੋਂ ਸਰੀਰ ਹੋਂਦ 'ਚ ਆਇਆ ਨਾਲ ਹੀ ਦੋਵੇਂ ਚੀਜ਼ਾਂ ਇਕੱਠੀਆਂ ਨੇ। ਤੂੰ ਮੇਰੇ ਨਾਲ ਬੜੇ ਲੰਮੇ ਸਮੇਂ ਤੋਂ ਰਹਿ ਰਿਹਾ ਹੈ ਤੇ ਮੇਰਾ ਚਿੱਤ ਕਰਦਾ ਮੈਨੂੰ ਕਿਤੇ ਛੱਡ ਕੇ ਨਾ ਜਾਵੀਂ। ਕਿਉਂ? ਕਿਉਂਕਿ ਕਹਿਣ ਲੱਗੀ ਤੇਰੇ ਤੋਂ ਬਿਨਾਂ ਮੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਜਿੱਦਣ ਤੂੰ ਚਲਾ ਗਿਆ, ਜਿੱਦਣ ਅੰਦਰੋਂ ਜੀਵ ਆਤਮਾ ਚਲਿਆ ਜਾਂਦਾ, ਮਿੱਟੀ ਦੀ ਢੇਰੀ ਹੋ ਜਾਂਦਾ ਸਰੀਰ, ਉਦਣ ਕਿਸੇ ਨੇ ਬਾਤ ਨਹੀਂ ਪੁੱਛਣੀ। ਮੈਂ ਇੱਕ ਤੇਰੇ ਕੋਲ ਵਚਨ ਲੈਣਾ ਚਾਹੁੰਦੀ ਹਾਂ ਕਿ ਮੈਨੂੰ ਕਿਤੇ ਤੂੰ ਛੱਡ ਕੇ ਨਾ ਜਾਵੀਂ। ਹੁਣ ਰੱਬ ਦੀ ਜਿਹੜੀ ਅੰਸ਼ ਸੀ, ਜਿਹੜਾ ਅੰਦਰ ਹੰਸ ਬੈਠਾ ਹੋਇਆ ਸੀ, ਉਹਨੇ ਬੜੀ ਸੋਹਣੀ ਗੱਲ ਕਹੀ। ਕਹਿਣ ਲੱਗਾ ਭਲੀ ਹੈ ਲੋਕੇ ਦੇਖ, ਮੇਰੇ ਆਪਣੇ ਵੱਸ ਦੇ ਵਿੱਚ ਕੁਛ ਨਹੀਂ ਹੈਗਾ। ਮੈਂ ਰੱਬ ਦੇ ਹੁਕਮ ਦੇ ਵਿੱਚ ਬੱਧਾ ਹੋਇਆ ਤੇਰੇ ਵਿੱਚ ਆਇਆ ਹਾਂ। ਜਦੋਂ ਉਹਨੇ ਮੈਨੂੰ ਸੱਦਾ ਭੇਜਿਆ ਤੇ ਤੈਨੂੰ ਛੱਡ ਕੇ ਮੈਂ ਚਲਿਆ ਜਾਣਾ ਹੈ। ਨਾ ਮੈਂ ਆਪਣੀ ਮਰਜ਼ੀ ਦੇ ਨਾਲ ਆਇਆ ਹੈ ਤੇ ਨਾ ਆਪਣੀ ਮਰਜ਼ੀ ਦੇ ਨਾਲ ਜਾਵਾਂਗਾ। ਇਹ ਹੁਣ ਦੋਵੇਂ ਜਣੇ ਆਪਸ 'ਚ ਗੱਲ ਕਰਦੇ ਨੇ ਤੇ ਕਾਇਆ ਨੂੰ ਬਥੇਰਾ ਸਮਝਾਇਆ ਅੰਦਰ ਦੇ ਹੰਸ ਨੇ ਵੀ ਤੂੰ ਇੱਕ ਦਿਨ ਨੂੰ ਖਤਮ ਹੋ ਜਾਣਾ ਹੈ। ਪਰ ਕਾਇਆ ਕਿੱਥੋਂ ਸਮਝਦੀ ਸੀ। ਉਹਨੇ ਕਿਹਾ ਤੂੰ ਐਵੇਂ ਮਾਰਦਾ ਰਹਿਣਾ ਇਹ ਗੱਲਾਂ, ਆਪਣਾ ਕਿਤੇ ਐਦਾਂ ਥੋੜ੍ਹੀ ਵਿਛੋੜਾ ਪੈ ਜਾਏਗਾ। ਇੰਨੇ ਚਿਰ ਇਕੱਠੇ ਰਹੇ, ਦੱਸ ਕੇ ਤੇ ਜਾਵੇਂਗਾ। ਸਤਿਗੁਰੂ ਕਹਿਣ ਲੱਗੇ ਆਖਰ ਫਿਰ ਉਹ ਸਮਾਂ ਆ ਗਿਆ। ਜਿਹੜੀ ਗੱਲ ਇੱਥੇ ਗੁਰੂ ਨਾਨਕ ਸਾਹਿਬ ਕਹਿ ਰਹੇ ਨਾ, ਕਾਇਆ ਹੰਸ ਥੀਆ ਵਿਛੋੜਾ, ਕਹਿੰਦੇ ਉਹ ਸਮਾਂ ਆ ਗਿਆ ਜਦੋਂ ਇਸ ਕਾਇਆ ਤੇ ਜੀਵ ਆਤਮਾ ਦਾ ਵਿਛੋੜਾ ਪੈਣ ਲੱਗਾ। ਸਤਿਗੁਰੂ ਕਹਿਣ ਲੱਗੇ ਵੇਖੋ ਲੋਕੋ, ਇੱਕ ਕਮਾਲ ਦੀ ਗੱਲ ਹੈ। ਬੰਦਾ ਕਿਸੇ ਘਰ ਦੇ ਵਿੱਚ ਰਵੇ, 2-4 ਦਿਨ ਰਵੇ, ਉੱਥੋਂ ਕਿਤੇ ਜਾਣਾ ਹੋਵੇ ਤੇ ਦੱਸ ਕੇ ਜਾਂਦਾ ਹੈ ਕਿ ਮੈਂ ਚੱਲਿਆ ਹਾਂ, ਮੈਂ ਐਦੋਂ ਨੂੰ ਜਾਵਾਂਗਾ। ਕਹਿਣ ਲੱਗੇ ਜਿਸ ਕਾਇਆ ਦੇ ਨਾਲ ਜੀਵ ਆਤਮਾ ਨੇ ਕਈ ਸਾਲ ਕੱਢ ਦਿੱਤੇ, ਜਦੋਂ ਜੀਵ ਆਤਮਾ ਵਿੱਚੋਂ ਤੁਰਨ ਲੱਗਾ ਨਾ ਉਹਦੇ ਨਾਲ ਸਲਾਹ ਕੀਤੀ ਤੇ ਨਾ ਹੀ ਉਹਦੀ ਕੋਈ ਜਿਹੜੀ ਬਾਤ ਪੁੱਛੀ। ਕਹਿਣ ਲੱਗੇ ਜੀਵ ਆਤਮਾ ਨੂੰ ਸੱਦਾ ਆਇਆ, ਇੱਕਦਮ ਇੱਥੇ ਛੱਡ ਕੇ ਕਾਇਆ ਨੂੰ ਚਲਾ ਗਿਆ ਤੇ ਕਾਇਆ ਰੁਲਦੀ ਜਿਹੜੀ ਉਹ ਮਿੱਟੀ ਦੀ ਢੇਰੀ ਹੋ ਗਈ। ਸੋ ਇਹ ਇੱਕ ਪ੍ਰਮਾਤਮਾ ਦਾ ਬਣਾਇਆ ਹੋਇਆ ਨਿਯਮ ਹੈ। ਮੌਤ ਸਾਡੇ ਹੱਥ 'ਚ ਨਹੀਂ। ਉਹ ਬਚਨ ਅਸੀਂ ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਪੜ੍ਹਦੇ ਹਾਂ। ਕਹਿ ਲਗੇ ਧਨ ਕਹੈ ਤੂੰ ਵਸ ਮੈਂ ਨਾਲੇ। ਇੱਥੇ ਧਨ ਦਾ ਅਰਥ ਹੈ ਜੀਵ ਇਸਤਰੀ ਭਾਵ ਕਾਇਆ। ਧਨ ਕਹੈ ਤੂੰ ਵਸ ਮੈਂ ਨਾਲੇ, ਬਹੁ ਸੁਖ ਵਾਸੀ ਬਾਲ ਕੋ ਪਾਲੈ। ਤੁਝੇ ਬਿਨਾ ਹਉ ਕਿਤ ਹੀ ਨਾ ਲੇਖੈ, ਵਚਨ ਦੇ ਛੋੜ ਨਾ ਜਾਸਾ ਹੈ। ਕਹਿਣ ਲੱਗੀ ਮੈਨੂੰ ਇੱਕ ਵਚਨ ਦੇ, ਵਾਅਦਾ ਕਰ ਮੇਰੇ ਨਾਲ ਕਿ ਮੈਨੂੰ ਕਿਤੇ ਛੱਡ ਕੇ ਨਹੀਂ ਜਾਵੇਗਾ। ਸਤਿਗੁਰੂ ਕਹਿ ਲੱਗੇ ਅੰਦਰੋਂ ਹੰਸ ਨੇ ਜਵਾਬ ਦਿੱਤਾ, ਫਿਰ ਕਹਿਆ ਹਾਂ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਸੰਦਾ। ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਮੇਰੇ ਹੱਥ 'ਚ ਕੀ ਹੈ, ਜਦੋਂ ਉਹਦਾ ਸੱਦਾ ਆਵੇਗਾ ਮੈਂ ਚਲਿਆ ਜਾਣਾ ਹੈ। ਅੱਗੇ ਸਤਿਗੁਰੂ ਕਹਿ ਲਗੇ ਜੋ ਪਰੇ ਬਚਨ ਕਹਿ ਤਨ ਸਾਚੇ। ਜਿਹੜੇ ਪਤੀ ਨੇ, ਜਿਹੜੇ ਅੰਦਰ ਦੇ ਹੰਸ ਨੇ ਕਾਇਆ ਨੂੰ ਬਚਨ ਕਹੇ, ਗੱਲ ਦੱਸੀ, ਜੋ ਪਰੇ ਬਚਨ ਕਹੇ ਤਨ ਸਾਚੇ। ਧਨ ਚੰਚਲ
कछु न समझे कांचे, बहुर बहुर पिर ही संग मांगै, ਉਹ ਬਾਤ ਜਾਣਿਆ ਕਰ ਹਾਸਾ ਹੈ। ਬਾਰ ਬਾਰ ਇਹ ਕਾਇਆਂ ਦਾ ਸਾਥ ਮੰਗਦੀ ਰਹੀ, ਬਾਰ ਬਾਰ ਕਹਿੰਦੀ ਰਹੀ ਕਿ ਮੈਨੂੰ ਛੱਡ ਕੇ ਨਾ ਜਾਵੀਂ। ਸਤਿਗੁਰੂ ਕਹਿਣ ਲੱਗੇ ਆਖਰ ਆਈ ਆਗਿਆ ਪਿਰੋਂ ਬੁਲਾਇਆ। ਜਿਹੜੀ ਗੱਲ ਇੱਥੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਕਾਇਆ ਹੰਸ ਥੀਆ ਵੇ ਛੋੜਾ, ਕਹਿਣਗੇ ਫਿਰ ਰੱਬ ਦੇ ਘਰੋਂ ਸੱਦਾ ਆਇਆ। ਆਈ ਆਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਕਹਿਣਗੇ ਨਾ ਤੇ ਉਹਦੇ ਕੋਲੋਂ ਕੋਈ ਸਲਾਹ ਲਈ ਤੇ ਨਾ ਕੋਈ ਮਸ਼ਵਰਾ, ਨਾ ਕੋਈ ਮਤਾ ਪਕਾਇਆ। ਆਈ ਆਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਊਠ ਸਧਾਇਓ ਸ਼ੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਸਤਿਗੁਰੂ ਕਹਿ ਲਗੇ ਕਿੱਡੀ ਹਾਸੋ ਹੀ ਨਹੀਂ ਗੱਲ ਹੈ, ਜਿਹਦੇ ਨਾਲ ਇੰਨੇ ਸਾਲ ਗੁਜ਼ਾਰ ਦਿੱਤੇ। ਜਿੱਦਣ ਅੰਦਰ ਦੇ ਹੰਸ ਨੇ ਉਡਾਰੀ ਮਾਰੀ, ਕਾਇਆ ਇੱਥੇ ਰੁਲਦੀ ਦੀ ਰੁਲਦੀ ਰਹਿ ਗਈ। ਸੋ ਇੱਥੇ ਸਤਿਗੁਰੂ ਜੀ ਕਹਿ ਰਹੇ ਨੇ, ਕਾਇਆ ਹੰਸ ਥੀਆ ਵੇ ਛੋੜਾ, ਜਾ ਦਿਨ ਪੁੰਨੇ ਮੇਰੀ ਮਾਏ। ਹੇ ਮੇਰੀ ਮਾਂ, ਜਦੋਂ ਦਿਨ ਪੂਰੇ ਹੋ ਜਾਣਗੇ ਉਦੋਂ ਇਸ ਕਾਇਆ ਦਾ ਤੇ ਇਸ ਤਨ ਦਾ ਜਿਹੜਾ ਉਹ ਵਿਛੋੜਾ ਪੈ ਜਾਂਦਾ ਹੈ। ਮੈਂ ਕੱਲ੍ਹ ਵੀ ਉਦਾਹਰਨ ਦਿੱਤੀ ਸੀ, ਮਨੁੱਖ ਦੇ ਹੱਥ ਦੇ ਵਿੱਚ ਗੁਰਮੁਖੋ ਕੁਛ ਨਹੀਂ ਹੈ। ਇੱਕ ਸਤਿਗੁਰਾਂ ਦੀ ਪਾਵਨ ਬਾਣੀ 'ਚ ਬਚਨ ਹੈ ਕਬੀਰ ਸਾਹਿਬ ਦਾ, ਉਹਨਾਂ ਨੇ ਉਦਾਹਰਨ ਦਿੱਤੀ। ਕਹਿਣ ਲੱਗੇ ਭਲਿਆ ਤੇਰੇ ਕੋਲ ਅਜੇ ਸਮਾਂ ਹੈ, ਤੂੰ ਪਰਮਾਤਮਾ ਦੀ ਬੰਦਗੀ ਕਰ। ਯਾਦ ਰੱਖੀ ਇੱਕ ਉਦਾਹਰਨ ਦੀਵੇ ਦੀ ਦਿੱਤੀ। ਕਹਿਣ ਲੱਗੇ ਦੀਵਾ ਓਨਾ ਚਿਰ ਚਾਨਣ ਦਿੰਦਾ ਜਿੰਨਾ ਚਿਰ ਉਹਦੇ ਵਿੱਚ ਤੇਲ ਪੈਂਦਾ ਏ। ਜਦੋਂ ਤੇਲ ਮੁੱਕ ਜਾਵੇ, ਚਾਨਣ ਦੇਣ ਵਾਲਾ ਜੀਵਾ ਵੀ ਜਿਹੜਾ ਉਹ ਰੂੜੀ 'ਤੇ ਸੁੱਟ ਦਿੱਤਾ ਜਾਂਦਾ ਹੈ। ਕਹਿਣ ਲੱਗੇ ਇਸੇ ਤਰੀਕੇ ਦੇ ਨਾਲ ਤੇਰੇ ਨਾਲ ਸਲਾਮਾਂ ਹੁੰਦੀਆਂ ਨੇ, ਤੇਰੇ ਨਾਲ ਦੁਨੀਆ ਤੁਰਦੀ ਹੈ, ਤੈਨੂੰ ਜੀ ਹਜ਼ੂਰੀ ਕਹਿੰਦੇ ਨੇ। ਇਹ ਓਨਾ ਚਿਰ ਹੈ ਜਿੰਨਾ ਚਿਰ ਅੰਦਰ ਦੇ ਸਵਾਸ ਨੇ। ਜਿਸ ਦਿਨ ਅੰਦਰ ਦੇ ਸਵਾਸ ਨਿਕਲ ਗਏ, ਉਸ ਦਿਨ ਤੇਰੇ ਘਰਦਿਆਂ ਨੇ ਬਾਤ ਨਹੀਂ ਪੁੱਛਣੀ, ਚੁੱਕ ਕੇ ਤੈਨੂੰ ਮਸਾਣਾ ਦੇ ਵਿੱਚ ਛੱਡ ਆਉਣਗੇ। ਉਹ ਕਬੀਰ ਸਾਹਿਬ ਦਾ ਆਪਾਂ ਬਚਨ ਪੜ੍ਹਦੇ ਹਾਂ ਜੀ, ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ ਰੇ ਬੌਰੇ, ਤੋਹੇ ਘੜੀ ਨਾ ਰੱਖੈ ਕੋਈ। ਹੇ ਕਮਲਿਆ, ਤੈਨੂੰ ਕਿਸੇ ਨੇ ਇੱਕ ਘੜੀ ਵੀ ਆਪਣੇ ਘਰ 'ਚ ਨਹੀਂ ਰੱਖਣਾ। ਰੇ ਬੌਰੇ ਤੋਹੇ ਘੜੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਅਜੇ ਵੀ ਸਮਾਂ ਹੈ, ਜਿੰਨਾ ਚਿਰ ਰੱਬ ਨੇ ਸਵਾਸ ਦਿੱਤੇ ਨੇ, ਤੂੰ ਪਰਮਾਤਮਾ ਦਾ ਨਾਮ ਜਪ। ਤੇ ਮਨੁੱਖ ਪਤਾ ਕੀ ਕਹਿੰਦਾ, ਕਹਿੰਦਾ ਮੈਂ ਰੱਬ ਰੱਬ ਕਰ ਲਾਂਗਾ, ਪਰ ਅਜੇ ਮੇਰੇ ਸਿਰ ਜ਼ਿੰਮੇਵਾਰੀਆਂ ਬੜੀਆਂ ਨੇ। ਅਸੀਂ ਕਹਿੰਦੇ ਨਾ ਜ਼ਿੰਮੇਵਾਰੀਆਂ ਨੇ, ਧੀ ਦੀ ਜ਼ਿੰਮੇਵਾਰੀ ਹੈ, ਪੁੱਤ ਦੀ ਜ਼ਿੰਮੇਵਾਰੀ ਹੈ, ਪਰਿਵਾਰ ਦੀ ਜ਼ਿੰਮੇਵਾਰੀ ਹੈ, ਬਜ਼ੁਰਗ ਮਾਂ ਬਾਪ ਬੈਠੇ ਨੇ, ਇਹਨਾਂ ਨੂੰ ਸਾਂਭਣਾ ਪੈਣਾ ਹੈ। ਕਬੀਰ ਸਾਹਿਬ ਕਹਿਣਗੇ ਕਿਹੜੇ ਮਾਂ ਪਿਓ ਦੀ ਗੱਲ ਕਰਦਾ ਹੈ, ਅਖੀਰ ਤੇ ਕੋਈ ਤੇਰਾ ਸਾਥ ਦੇਵੇਗਾ। ਕਹਿਣਗੇ ਕਾਕੀ ਮਾਤ ਪਿਤਾ ਕਹੋ ਕਾਕੋ, ਕਵਣ ਪੁਰਖ ਕੀ ਜੋਈ। ਕਾਕੀ ਮਾਤ ਕੌਣ ਕਿਹਦੀ ਮਾਂ ਹੈ, ਭਾਵ ਅਖੀਰਲੇ ਸਮੇਂ ਕਿਹੜੀ ਮਾਂ ਨੇ ਨਾਲ ਜਾਣਾ ਹੈ। ਕਾਕੀ ਮਾਤ ਪਿਤਾ ਕਹੋ ਕਾਕੋ, ਕਿਹੜਾ ਪਿਤਾ ਨਾਲ ਜਾਵੇਗਾ। ਕਵਣ ਪੁਰਖ ਕੀ ਜੋਈ, ਪੁਰਖ ਕਹਿੰਦੇ ਨੇ ਬੰਦੇ ਨੂੰ, ਜੋਈ ਕਹਿੰਦੇ ਨੇ ਜਨਾਨੀ ਇਸਤਰੀ ਨੂੰ, ਭਾਵ ਵਹੁਟੀ ਨੂੰ। ਕਹਿਣਗੇ ਕਿਹੜਾ ਕਿਸੇ ਦਾ ਖਸਮ ਤੇ ਕਿਹੜੀ ਕਿਸੇ ਦੀ ਵਹੁਟੀ, ਸਾਰੇ ਇੱਥੇ ਦੇ ਰਿਸ਼ਤੇ ਨੇ। ਕਾਕੀ ਮਾਤ ਪਿਤਾ ਕਹੋ ਕਾਕੋ, ਕਵਣ ਪੁਰਖ ਕੀ ਜੋਈ। ਘਟ ਫੂਟੈ ਕੋਈ ਬਾਤ ਨਾ ਪੁੱਛੈ, ਕਾਡੋ ਕਾਡੋ ਹੋਈ। ਕਹਿ ਲਗੇ ਜਿੱਦਣ ਅੰਦਰ ਦਾ ਭਾਂਡਾ ਭੱਜ ਗਿਆ, ਕਿਸੇ ਨੇ ਬਾਤ ਨਹੀਂ ਪੁੱਛਣੀ। ਕਹਿ ਲਗੇ ਦੇਹੋਰੀ ਬੈਠੀ ਮਾਤਾ ਰੋਵੈ। ਕਹਿੰਦੇ ਆਖਰ ਸਮਾਂ ਆਵੇਗਾ, ਦਲੀਜਾਂ ਦੇ ਵਿੱਚ ਬੈਠੀ ਹੋਈ, ਦੇਹੋਰੀ ਦਾ ਅਰਥ ਦਲੀਜ, ਦਲੀਜਾਂ ਦੇ ਵਿੱਚ ਬੈਠੀ ਹੋਈ ਤੇਰੀ ਮਾਤਾ ਰੋਂਦੀ ਰਹਿ ਜਾਏਗੀ। ਦੇਹੋਰੀ ਬੈਠੀ ਮਾਤਾ ਰੋਵੈ, ਖਟੀਆ ਭਾਵ ਮੰਜਾ, ਖਟੀਆ ਲੈ ਗਏ ਭਾਈ। ਕਹਿਣ ਲੱਗੇ ਲੱਟ ਛਿਟਕਾਏ ਤਰੀਆ ਰੋਵੈ, ਹੰਸ ਅਕੇਲਾ ਜਾਈ। ਕਹਿਣ ਲੱਗੇ ਜਿਹਦਾ ਖਸਮ ਸੀ, ਤਰੀਆ ਦਾ ਅਰਥ ਹੈ ਇਸਤਰੀ, ਉਹਦੀ ਘਰ ਵਾਲੀ ਵਾਲ ਗਲ ਦੇ ਵਿੱਚ ਪਾ ਕੇ ਰੋਂਦੀ ਪਈ ਹੈ, ਪਰ ਜਿਹੜਾ ਬੰਦਾ ਹੈ ਉਹ ਇਕੱਲਾ ਜਾ ਰਿਹਾ ਹੈ। ਕਹਿ ਲਗੇ ਕਹਿਤ ਕਬੀਰ ਸੁਨੋ ਰੇ ਸੰਤੋ, ਭਵ ਸਾਗਰ ਕਹਿ ਤਾਈ, ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ। ਹੇ ਮੇਰੇ ਮਾਲਕ ਵੇਖ, ਇਹਨੇ ਕਦੀ ਸਿਮਰਨ ਨਹੀਂ ਕੀਤਾ, ਇਹਨੇ ਕੋਈ ਚੰਗਾ ਕਰਮ ਨਹੀਂ ਕੀਤਾ, ਹੁਣ ਜਮ ਇਹਦੇ ਦੁਆਲੇ ਹੋ ਕੇ ਇਹਨੂੰ ਡਾਂਗ ਫੇਰਦੇ ਨੇ, ਵਿਚਾਰੇ ਹੱਟ ਦੀ ਕੋਈ ਜਾਨ ਵੀ ਨਹੀਂ ਬਚਾ ਰਿਹਾ। ਇੱਥੇ ਸਤਿਗੁਰੂ ਸਾਨੂੰ ਸਮਝਾ ਰਹੇ ਨੇ, ਮੈਂ ਡਰਾ ਨਹੀਂ ਰਿਹਾ, ਇਹ ਸਾਡੇ ਨਾਲ ਵਾਪਰਨਾ ਹੈ। ਬਾਣੀ ਨੇ ਕਿਹਾ ਹੈ, ਸਤਿਗੁਰੂ ਕਹਿ ਲਗੇ ਕਾਇਆ ਹੰਸ ਥੀਆ ਵੇ ਛੋੜਾ। ਹੰਸ ਅਤੇ ਕਾਇਆਂ ਦਾ ਇੱਕ ਦਿਨ ਵਿਛੋੜਾ ਪੈ ਜਾਏਗਾ। ਜਾਂ ਦਿਨ ਪੁੰਨੇ ਮੇਰੀ ਮਾਏ, ਹੇ ਮੇਰੀ ਮਾਂ, ਜਿੰਨਾ ਦਿਨ ਰੱਬ ਦੇ ਦਿਨ ਨੇ ਉਹਨਾਂ ਚਿਰ ਤੱਕ ਤੇ ਇਹ ਸਰੀਰ ਚੱਲਦਾ ਰਹਿਣਾ ਹੈ, ਉਸ ਤੋਂ ਬਿਨਾਂ ਇਹ ਸਰੀਰ ਜਿਹੜਾ ਹੈ ਉਹ ਨਹੀਂ ਚੱਲੇਗਾ।
एक बंदे बारे भी आप शायद पढ़ते, मैंने उसका नाम नहीं याद, फॉरन कंट्री का, उन्हें अपना कई डॉक्टर रखे सन अपने कोल, हर वेले उसका ट्रीटमेंट हुंदा सी, चैकअप हुंदा सी, इत्थों तक रोटी भी उसकी जिहड़ी सी लैबोरेटरी च टेस्ट हुंदी सी। वो कहंदा सी मैं 150 साल जीवांगा, मेरे इस ख्याल च 50 साल भी नहीं कड्ढे उन्हें। ये मनुख के हत्थ दे विच नहीं हैगा। जिदन रब ने आण के लै जाना है वो उदन शरीर इत्थे रह जाना है जी। ना इहदा पता है कच्ची नूं वड्ड के खड़ना है, तो ना पता लगता ये पक्की नूं वड्ड के खड़ना है। मैं चलो एक इत्थे नाल साखी तुहाडे सामने सांझी कर देना। एक भाई तारू जी होए ने, याद रखियो सिख इतिहास च 2 तारू का जिक्र आउंदा। एक भाई तारू है, ये गुरु नानक साहब जी का सिख है। एक भाई तारू सिंह जिन्हां दा खोपर लथदा है। ये भाई तारू जी होए ने ते गुरु नानक साहब पातशाह महाराज जी की संगत करते हुंदे सन। करतारपुर की घटना ये रोज़ाना आउणा, ये छोटी जी उम्र है इन्हां दी 12 साल की। इन्होंने रोज़ाना संगत दे विच आउणा ते कई लम्मे जिहड़े ने वो दिनां तो लैके रूटीन दे नाल आ रहे ने, कई महीनों तो। सतगुरु बड़े प्रेम दे नाल वेखदे ने, छोटी जी उम्र का बच्चा है, सवेरे भी आउंदा है ते शाम नूं भी आउंदा है, 2 टाइम आउंदा है। मींह होवे हनेरी होवे हर टाइम ते आउंदा, नागा कोई नहीं पाउंदा। एक दिन भाई मरदाना जी नूं कह लगे, मरदानिया सतगुरु हुक्म, कह लगे इस बच्चे नूं जान नहीं देना, इनू रोक लो। अज रोक के भाई मरदाना जी ने सतगुरां दे कोल लैके आंदा। सतगुरु कह लगे बेटा तेरा नाम की है? कह लगा जी मेरा नाम तारू। कह लगे तेरी उम्र बड़ी छोटी है, तो इन्नी छोटी उम्र दे विच तू जिहड़ा वो साडे कोल आउना है, सतसंग करदा है, कोई मींह हनेरी नहीं देखदा, किसे दिन दा नागा नहीं पाउंदा, रूटीन दे नाल तेरी उम्र ते खेडन मल्लन दी है। उन्हें हथ जोड़ के बेनती की, कहन लगा पातशाह मैं मौत तो डर के आउना हाँ, मैनू मौत दे उत्ते फसे किवें पाउणी, इस गल दी जिहड़ी सोझी दे दिओ, मैं इस खेडन मल्लन नूं की कर सकदा हाँ। सतगुरु बड़े हैरान होए, कहंदे एडी छोटी उम्र दे विच तैनूं मौत दी सोझी कित्थों? उन्हें 2 गल्लां कहियां, कहंदा एक ते तुहाडी संगत च आया ते ये पता लग गया कि मौत ने एक दिन आउणा ही आउणा है, पर तुहाडे आउण तो पहलां कहंदा मेरे जीवन दे विच एक घटना वापरदी है। वो इस भाई तारू जी दे जीवन की घटना है। सतगुरु कहंदे कि हुण सारी संगत सुनदी सी। कहन लगे एक दिन मेरी माँ कहंदी सी कि तारू पुੱਤ मैं ਵਿਹੜੇ ਦੇ ਵਿੱਚ ਝਾੜੂ ਮਾਰ ਲਵਾਂ ਤੇ ਤੂੰ ਉਹਨਾਂ ਚਿਰ ਨਾ ਚੁੱਲ੍ਹੇ 'ਚ ਅੱਗ ਬਾਲ ਦੇ। ਕਹਿਣ ਲੱਗੇ ਕਿ ਮੈਂ ਅੱਗ ਬਾਲਣੀ ਸ਼ੁਰੂ ਕੀਤੀ। ਕਹਿੰਦਾ ਮੈਂ ਉਹ ਵੱਡੇ ਲੱਕੜ ਫੜੀ, ਟਾਹਣ ਫੜਿਆ ਵੱਡਾ, ਉਹਨੂੰ ਅੱਗ ਲਾਉਣ ਦਾ ਯਤਨ ਕਰਾਂ ਤੇ ਅੱਗ ਕੋਈ ਨਾ ਲੱਗੇ। ਕਹਿਣ ਲੱਗਾ ਬਥੇਰਾ ਜਿਹਾ ਹੀਲਾ ਕੀਤਾ ਪਰ ਅੱਗ ਲੱਗੀ ਨਾ। ਮਾਂ ਨੇ ਆਵਾਜ਼ ਦਿੱਤੀ ਤਾਰੂ ਅੱਗ ਬਲ ਗਈ। ਕਹਿਣ ਲੱਗੇ ਅੱਗੋਂ ਮੈਂ ਕਿਹਾ ਮਾਂ ਮੈਂ ਬੜੀ ਕੋਸ਼ਿਸ਼ ਕਰਦਾ, ਵੱਡੇ ਟਾਹ ਨੂੰ ਅੱਗ नहीं लग रही। ਕਹਿਣ ਲੱਗੇ ਮਾਂ ਨੇ ਕਿਹਾ ਪੁੱਤ ਵੱਡੇ ਟਾਹ ਨੂੰ ਪਹਿਲਾਂ ਅੱਗ ਨਹੀਂ ਲੱਗਣੀ, ਨਿੱਕੀਆਂ ਟਾਹਣੀਆਂ ਨੂੰ ਤੋੜ ਕੇ ਡਾਹ, ਨਿੱਕੀਆਂ ਨੂੰ ਛੇਤੀ ਅੱਗ ਪਵੇਗੀ, ਜਦੋਂ ਨਿੱਕੀਆਂ ਨੂੰ ਲੱਗੀ ਵੱਡੀਆਂ ਨੂੰ ਆਪਣੇ ਆਪ ਲੱਗ ਜਾਣੀ ਹੈ। ਕਹਿੰਦਾ ਮੇਰੇ ਮਨ 'ਚ ਉਸੇ ਵੇਲੇ ਸਵਾਲ ਪੈਦਾ ਹੋ ਗਿਆ ਵੀ ਟਾਹਣ ਪਹਿਲਾਂ ਆਇਆ ਕਿ ਟਾਹਣੀਆਂ ਪਹਿਲਾਂ ਆਈਆਂ। ਕਹਿੰਦਾ ਮੈਂ ਮਾਂ ਨੂੰ ਸਵਾਲ ਕੀਤਾ ਮਾਂ ਟਾਹਣ ਨੂੰ ਅੱਗ ਪਹਿਲਾਂ ਲੱਗਣੀ ਚਾਹੀਦੀ ਹੈ, ਪਹਿਲਾਂ ਕੌਣ ਆਇਆ ਹੈ? ਮਾਂ ਕਹਿੰਦੀ ਪੁੱਤ ਆਇਆ ਪਹਿਲਾਂ ਟਾਹਣ ਹੈ, ਵੱਡਾ ਟਾਹਣ ਹੈ, पर अग कई बारी निक्कियां टाहणियां नूं पहलां लगदी हुंदी है, वड्डे तक बाद च पहुँचनी है। भाई तारू जी गुरु नानक साहब के चरणों च बेनती करते कह लगे पातशाह मेरे मन च उदण ही आ गया मना, जे निक्कियां टाहणियां नूं पहलां अग लगदी है तो जमा का की पता है, जरूरी नहीं उन्होंने बजुर्गी दे विच ही आउणा, जे बचपन दे विच आण के तैनूं घेर लिया तो तू की करेगा। कहन लगा मेरे अंदर मौत का भै जिहड़ा है वो बैठा होया है। ये गल सुन के तो मैं सच की भाल दे विच सा, मैनूं तुहाडा पता लगा, तुहाडे चरणों च आ रहा, मैनूं पता है खेडन उमलन की उम्र है, पर पातशाह जिन्हों मौत नज़र आउंदी होवे उन्होंने खेडां नहीं बाद दे विच दिसदियां, मैनूं ये दसो कि मौत ते फतेह किवें प्राप्त करनी। सतगुरां ने कहा पुत्र तेरी उम्र बड़ी छोटी है, गल्लां बड़ियां सियाणियां ने। फिर सतगुरां ने इनू जिहड़ा सी नाम दान दिता, अपने चरणों दे विच लाया, तो ये भाई तारू नूं जिहड़ा सी फिर सतगुरां ने अपना सिख बनाया। तो ये भाई साहब जी गुरदास जी ने भी गवाही भरी, कह लगे भाई तारू ने इन्नी क बंदगी की जिथे आप तरिया उन्हें अपने परिवार नूं भी तार लिया।
मेरे कहने का भाव सानू इस साखी तो सिक्ख्या ये मिलती है, मता मन च भुलेखा रखिए कि मौत ने अखीरले समय च आउणा। ये तो रब की खेड है। सतगुरु इत्थे कह लगे जां दिन पुन्ने मेरी माए, मेरी माँ जिदन दिन पुग गए उस दिन इत्थों मैनू रब ने दे घरों जिहड़े आए हुए दूत ने उन्होंने लै जाना है। तो कदी भी मैं कल शायद कल कहा सी, कदी भी इस गल का भुलेखा ना रखो मैं इन्ने सालों का हो गया। वैसे की हुंदा असीं अपना जन्मदिन मनाउने हैं ना, बच्चा शुरू तो अपना माँ प्यो उहदा जन्मदिन मनाउंदा है, 1 साल का 2 साल का, माँ कहती पुत मेरा 5 साल का हो गया। पर कबीर साहब कह लगे जननी जानत सुत बड़ा होत है। कहते माँ कहती है मेरा पुत वड्डा हो रहा है, इतना को ना जाने जे दिन दिन अवध घटत है। कह लगे भलिए लोके तू इन्ना क्यों नहीं समझदी, जे रब ने इनू 70 साल दिते ने, अज ये 5 सालों का नहीं, ये 5 घट गए ने, अफसोस कर 65 मगर रह गए ने। सो इस करके वैसे 1 सैकेंड मैं कह के अगे निकला, ये जन्मदिन एक आम बंदा मनावे वो असी मन सकते हैं, सधारण बंदा जिन्हों सोझी नहीं वो जन्मदिन बनावे, एक चंगा पढ़िया लिखिया या एक सूझवान बंदा भी जन्मदिन मनावे, मस्कीन जी कहते होंगे ये तो वड्डी होर कोई मूर्खता नहीं। तू अफसोस कर इन्ने साल तेरे जिंदगी दे लंघ गए ने, तू अजे भी जन्मदिन मना रहा है। असी जन्मदिन नहीं, असी जन्म नूं वेख के उस जन्मदिन वाले नूं मनाउणा है, उस परमात्मा की बंदगी करनी है, तां जो ये जिहड़े साल निकल गए ने घट्टो घट्ट जिहड़े रह गए ने उहदे विच आपां समां नूं सफल कर लईए। पर अज भी असी इन्हां खुशियां दे विच उलझे फिरदे हां। हर कोई पढ़िया लिखिया अज दा नौजवान इस चीज़ च ज़्यादा पिया है कि जन्मदिन ते पता नहीं किन्नियां किन्नियां असीं पार्टियां करदे ने, वड्डे लोकां दे शोशे बड़े हुंदे ने जन्मदिन दियां। गुरमुखो काहदियां खुशियां ने, जिन्नी उम्र हो गई है अफसोस करो उन्नी उम्र तुसीं जिहड़ी ओह घटा दित्ती, कढ दित्ती होई है। जिन्नी मगर रह गई जिदन वो खत्म हो गई, इत्थों सद्दा पै जाएगा रब के घर चो। सतगुरु कह लगे काया हंस थियावे छोड़ा, जा दिन पुन्ने मेरी माए, हे मेरी माँ। जो रब के घर दे विचों सद्दा आ गया तो इत्थों काया ते हंस का विछोड़ा पै जाना। अगे कह लगे जेहा लिखिया तेहा पाया, जेहा पुरब कमाया। पुरब का अर्थ है पिछले कर्मां दे विच, पिछले समय दे विच। इनू थोड़ा जिहा ध्यान नाल समझ लईए आपां। कह लगे जेहा पुरब कमाया, जेहो जिहा पिछले समय दे विच तू कर्म कीता ना, चंगा कीता ਜਾਂ ਮੰਦਾ ਕੀਤਾ। ਜਿਹਾ ਪੁਰਬ ਕਮਾਇਆ ਜਿਹਾ ਲਿਖਿਆ, ਜਿਹੜੇ ਤੂੰ ਕਰਮ ਕਮਾਏ ਉਹ ਤੇਰੇ ਕਰਮਾਂ ਦਾ ਲੇਖਾ ਬਣ ਕੇ ਤੇਰੇ ਮੱਥੇ ਦੇ ਉੱਤੇ ਲਿਖ ਦਿੱਤੇ ਗਏ। ਫਿਰ ਇਸ ਗੱਲ ਨੂੰ ਸਮਝਿਓ, ਮੈਂ ਲਿਆਉਣਾ ਇਸ ਗੱਲ ਦੇ ਉੱਤੇ ਕਿ ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾਂ ਆਪਣਿਆਂ। ਅਸੀਂ ਕਈ ਵਾਰੀ ਕਹਿੰਦੇ ਆ ਕਿ ਇੱਕ ਦੀ ਉਮਰ ਜਿਹੜੀ ਇੰਨੀ ਘੱਟ ਤੇ ਇੱਕ ਦੀ ਉਮਰ ਇੰਨੀ ਵੱਧ ਕਿਉਂ। ਕਈ ਵਾਰੀ ਇਹ ਮਨ 'ਚ ਸਵਾਲ ਪੈਦਾ ਹੁੰਦਾ ਕਿਸੇ ਨੂੰ ਦੁੱਖ ਤੇ ਕਿਸੇ ਨੂੰ ਸੁੱਖ ਕਿਉਂ। सतगुरु इत्थे समझा रहे ने इस पंक्ति वेखण नूं अर्थ सीधे जे रहणगे पर गुंझलदार है। जिहा पुरब कमाया इहदे अर्थ करांगे जिहो जे मैं पिछले समय दे विच कर्म कीते होए ने, जिहा लिखिया ओहो जिहा मेरा कर्म लिखिया गया, तेहा पाया हुण ओहो जे मैनूं फल प्राप्त होणगे। मान लो मैं चंगा कर्म कीता पिछले समय च ते चंगे कर्म लिखे गए, हुण ओहदा मैनूं फल चंगा। इहनूं होर सौखा कर देना। एक बच्चा पढ़ाई करता है 15-20 साल टका के डिग्री पहुँचने तक 15-20 साल लाउंदा है, वो उहदे पिछले कर्म हो गए। जिहड़े वो पढ़ता आ रहा वो पिछले कर्म हो गए। वो कर्मां दा फल की मिलिया कि उन्हें डिग्री कीती ते डिग्री दे नाल उहदे हत्थ दे विच ताकत आ गई, उन्होंने नौकरी मिल गई। अज इन्नी क ताकत है कि माड़े जे पैन दे नाल साइन करदा ते उहदे भी लाखां रुपये लगदे ने। ताकत आ गई ना। पहलां उन्हें की कीता, कर्म कर लिया, वो लेख बन गए। हुण कर्म हुण तेहा पाया प्राप्त की हुंदा है, हुण उहनूं तनख्वाह मिलदी आराम दे विच नाल कुर्सी दे थल्ले AC दे विच गर्मियां च बह के दफ्तर दे विच मौजां करदा है, उहदा फल मिल गया ना उहनूं। एक उहदे नाल ही पढ़िया, उहने मेहनत नहीं कीती, ना मेहनत करन करके फेल हो गया, हुण दिहाड़ियां लाउंदा ते हुण रोंदा मेरे पल्ले कख नहीं पैंदा। जिहड़ा दफ्तर च बैठा है वो 1 मिनट लावेगा, साइन कर लग्या लाखां रुपया बनता है, बाहर खलोता होया सिक्योरिटी गार्ड महा 400-500 रुपया दिहाड़ी पाउंदा। फर्क पवेगा ना। ये कर्मां दा फर्क है। कर्म दा भाव जिहड़े तू कर्म कीते ने ओहदा तैनूं फल मिल रहा है। हुण मैं जिहड़ी गल कहनी चाहुंदा इधर आवां। सतगुरु कह लगे जेहा लिखिया तेहा पाया, जेहा पुरब कमाया, जिहो जे कर्म करेगा तैनूं ओहो जिहा ओहदा फल मिलेगा।
ਤੇ ਅੰਮ੍ਰਿਤ ਬਾਣੀ ਦੇ ਵਿੱਚ ਇੱਕ ਭਗਤ ਤਰਲੋਚਨ ਜੀ ਦਾ ਸ਼ਬਦ ਹੈ। ਮੇਰਾ ਮਕਸਦ ਅੱਜ ਸ਼ਬਦ ਸੁਣਾਉਣਾ ਨਹੀਂ, ਵੀ ਕਈ ਵਾਰੀ ਮਨ 'ਚ ਹੋਵੇਗਾ ਵੀ ਸ਼ਾਇਦ ਬਾਬਾ ਯਾਦ ਕਰਕੇ ਹੋਇਆ ਹੋਵੇ ਵੀ ਅੱਜ ਸ਼ਬਦ ਹੀ ਸੁਣਾਉਣੇ। ਮੇਰੇ ਕਹਿਣ ਦਾ ਭਾਵ, ਮੈਂ ਉਸ ਦਿਨ ਵੀ ਕਿਹਾ ਸੀ ਪਰਸੋਂ, ਵੀ ਇਹ ਐਲਾਨੀਆਂ ਸਾਡੇ ਸਾਰਿਆਂ ਦੇ ਨਾਲ ਘਟਨਾ ਵਾਪਰਨੀ ਹੈ। ਇਸ ਕਰਕੇ ਅਸੀਂ ਸਮਝ ਜਾਈਏ ਕਿ ਰੱਬ ਦੇ ਘਰ ਦੇ ਵਿੱਚੋਂ ਸੱਦਾ ਇਹ ਆਉਣਾ, ਆਉਣ ਤੋਂ ਪਹਿਲਾਂ ਰੱਬ ਨੂੰ ਚੇਤੇ ਕਰ ਲਈਏ। ਉਹ ਭਗਤ ਤਰਲੋਚਨ ਜੀ ਦਾ ਬੜਾ ਪਿਆਰਾ ਬਚਨ ਹੈ। ਉਹਨਾਂ ਨੇ ਇਹ ਦੱਸਿਆ ਵੀ ਤੂੰ ਜਿਹੋ ਜਿਹੇ ਕਰਮ ਕਰੇਗਾ ਉਹੋ ਜਿਹਾ ਤੇਰਾ ਗਾਂ ਜੀਵਨ ਬਣੇਗਾ। ਉਹ ਅਸੀਂ ਬਚਨ ਪੜ੍ਹਦੇ ਹਾਂ, ਰਿਹਾਓ ਵਾਲੀ ਪੰਕਤੀ ਹੈ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਕਹਿਣ ਲੱਗੇ, ਹੇ ਮੇਰੀ ਭੈਣੇ, ਵੇਖੀ ਕਿਤੇ ਰੱਬ ਦਾ ਨਾਮ ਨਾ ਭੁੱਲ ਜਾਵੇ। ਕਿਉਂ? ਉਹਨਾਂ ਨੇ 4 ਉਦਾਹਰਨਾਂ ਦਿੱਤੀਆਂ, ਸੁਣੋ। ਕਹਿਣ ਲੱਗੇ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਣ ਵੱਲ ਵੱਲ ਆਓ ਤਰੇ। ਕਹਿਣ ਲੱਗੇ, ਅਖੀਰਲੇ ਸਮੇਂ ਭਾਵ ਸਾਰੀ ਉਮਰ ਮਾਇਆ ਦੇ ਵਿੱਚ ਸੁਰਤ ਰੱਖਦਾ ਰਿਹਾ, ਪੈਸਾ ਜੋੜਦਾ ਰਿਹਾ, ਮੈਂ ਕਰਦਾ ਰਿਹਾ ਪੈਸੇ ਦੇ ਮਗਰ। ਕਹਿੰਦੇ ਮਰਨ ਵੇਲੇ ਜੇ ਸੁਰਤ ਮਾਇਆ ਦੇ ਵਿੱਚ ਖਚਿਤ ਹੋ ਗਈ ਤੇ ਸੱਪ ਦੀ ਜੂਨੇ ਪਵੇਗਾ। ਹੁਣ ਇੱਥੇ ਦੱਸੋ, ਰੱਬ ਦਾ ਕਸੂਰ ਹੈ ਕਿ ਬੰਦੇ ਦਾ ਕਸੂਰ ਹੈ? ਆਪਾਂ ਜਿਹੋ ਜਿਹਾ ਕਰਮ ਕੀਤਾ ਉਹੋ ਜਿਹਾ ਫਲ ਮਿਲ ਗਿਆ ਨਾ ਉਹਦਾ। ਸਾਰੀ ਉਮਰ ਮਾਇਆ ਕਰਦਾ ਰਿਹਾ ਤੇ ਸੱਪ ਦੀ ਜੂਨੇ ਪਵੇਗਾ। ਇਹ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਣ ਵੱਲ ਵੱਲ ਆਓ ਤਰੈ। ਅੱਗੇ ਬਚਨ ਹੈ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਅੱਗੇ ਕਹਿ ਲਗੇ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਇੱਥੇ ਇਸਤਰੀ ਦਾ ਅਰਥ ਪਤਨੀ ਨਹੀਂ, ਆਪਾਂ ਮੇਲ ਤੇ ਫੀਮੇਲ ਆਪੋਜਿਟ ਦੀ ਗੱਲ ਕਰਾਂਗੇ। ਕਹਿ ਲਗੇ, ਜੇ ਤੇਰੇ ਆਪੋਜਿਟ ਸਾਰੀ ਉਮਰ ਇਹ ਵਿਕਾਰ ਚੱਲਦੇ ਨੇ, ਐਸੀ ਚਿੰਤਾ ਮਹਿ ਜੇ ਮਰੇ, ਸਾਰੀ ਉਮਰ ਵਿਕਾਰਾਂ ਦੇ ਵਿੱਚ ਕੱਢ ਦਿੱਤੀ ਤੇ ਬੇਸਵਾ ਜੋਣ ਵੱਲ ਵੱਲ ਆਓ ਤਰੇ, ਬੇਸਵਾ ਦੀ ਜੂਨੇ ਪਵੇਗਾ। ਅੱਗੇ ਕਹਿ ਲਗੇ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੇ, ਸਾਰੀ ਉਮਰ ਧੀਆਂ ਪੁੱਤਾਂ ਦੇ ਮਗਰੀ ਪਿਆਰਿਆ, ਮੇਰੀ ਧੀ ਮੇਰਾ ਪੁੱਤ, ਇਹਨਾਂ ਦੇ ਪਿੱਛੇ ਕੱਢ ਦਿੱਤੀ। ਕਹਿਣਗੇ ਸੂਰ ਜੋਣ ਵੱਲ ਵੱਲ ਆਓ ਤਰੇ। ਚੌਥੀ ਉਦਾਹਰਨ ਦਿੱਤੀ, ਕਹਿ ਲਗੇ, ਅੰਤ ਕਾਲ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੇ। ਹੁਣ ਕਹਿੰਦਾ ਮੇਰੀਆਂ ਇੰਨੀਆਂ ਕੋਠੀਆਂ ਨੇ, ਮੇਰਾ ਘਰ ਹੈ, ਮੇਰਾ ਘਰ ਹੈ। ਕਹਿੰਦੇ ਜੇ ਅਖੀਰਲੇ ਸਮੇਂ ਮੈਂ ਕਰਦਾ ਮਰੇਗਾ, ਪ੍ਰੇਤ ਜੋਣ ਵੱਲ ਵੱਲ ਆਓ ਤਰੇ। ਆ 4 ਉਦਾਹਰਨਾਂ ਦੇ ਕੇ ਭਗਤ ਤਰਲੋਚਨ ਜੀ ਕਹਿਣ ਲੱਗੇ, ਅੰਤ ਕਾਲ ਨਾਰਾਇਣ ਸਿਮਰੈ। ਕਹਿੰਦੇ ਜੇ ਅਜੇ ਵੀ ਸਮਾਂ, ਜੇ ਕਿਤੇ ਪ੍ਰਮਾਤਮਾ ਦੀ ਬੰਦਗੀ ਕਰ ਲਾ, ਅਜੇ ਵੀ ਸਮਾਂ ਜੇ ਪ੍ਰਮਾਤਮਾ ਦਾ ਕਿਤੇ ਨਾਮ ਚੇਤੇ ਕਰ ਲੈ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੇ। ਬਦਤ ਤਰਲੋਚਨ, ਇਹਦਾ ਅਰਥ ਹੈ ਨਾ, ਤਰਲੋਚਨ ਆਖਦਾ ਹੈ, ਬਦਤ ਤਰਲੋਚਨ ਤੇ ਨਰ ਮੁਕਤਾ। ਕਹਿੰਦੇ ਉਹ ਮਨੁੱਖ ਮੁਕਤ ਹੋ ਜਾਵੇਗਾ। ਪੀਤਾਂਬਰ ਵਾਕੈ ਹਿਰਦੈ ਵਸੈ, ਕਹਿੰਦੇ ਉਹਨੂੰ ਰੱਬ ਦੇ ਕੋਲ ਜਾਣ ਦੀ ਲੋੜ ਨਹੀਂ, ਰੱਬ ਆਣ ਕੇ ਉਹਦੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਜਿਹੜਾ ਪ੍ਰਮਾਤਮਾ ਦਾ ਗੁਰੂ ਜਪਦਾ, ਉਹਦਾ ਨਾਮ ਜਪਦਾ, ਇੱਕ ਦਿਨ ਜਿਹੜਾ ਚੜ੍ਹਾਈ ਕਰਦਾ। ਸੋ ਇੱਥੇ ਸਤਿਗੁਰੂ ਜੀ ਕਹਿ ਰਹੇ ਨੇ, ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ। ਤੂੰ ਜਿਹੋ ਜੇ ਕਰਮ ਕਰੇਗਾ ਉਹੋ ਜਿਹਾ ਤੇਰਾ ਲੇਖਾ ਬਣੇਗਾ, ਤੇ ਉਹਨਾਂ ਲੇਖਿਆਂ ਦੇ ਮੁਤਾਬਕ ਜਿਹੜਾ ਇਹ ਤੈਨੂੰ ਜਿਹੜਾ ਚੰਗਾ ਤੇ ਮਾੜਾ ਹਿਸਾਬ ਕਿਤਾਬ ਹੋਵੇਗਾ। ਕਿਉਂਕਿ ਇਹ ਗੱਲ ਕਹੀ ਜਾਂਦੀ ਹੁੰਦੀ ਸੀ ਕਿ ਤੈਨੂੰ ਨਰਕ ਮਿਲੇਗਾ ਜਾਂ ਸਵਰਗ ਮਿਲੇਗਾ। ਗੁਰਮਤਿ ਤੇ ਮੰਨਦੀ ਨਹੀਂ। ਗੁਰਮਤਿ ਕਹਿੰਦੇ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ। ਗੁਰਮਤਿ ਨਰਕ ਸਵਰਗ ਨੂੰ ਨਹੀਂ ਮੰਨਦੀ। ਗੁਰਮਤਿ ਦਾ ਹਿਸਾਬ ਬੜਾ ਸੌਖਾ ਹੈ। ਜੇ ਤੇ ਅੰਤ ਕਾਲ ਨਾਰਾਇਣ ਸਿਮਰੇ ਵਾਲੀ ਗੱਲ ਹੋਈ ਤੇ ਪ੍ਰਮਾਤਮਾ ਦੇ ਵਿੱਚ ਅਭੇਦ ਦਾ 84 ਦਾ ਗੇੜ ਮੁੱਕੇਗਾ। ਜੇ ਇਹ ਤੋਂ ਲੈਦਾ ਕੋਈ ਵੀ ਤੇਰਾ ਕਰਮ ਹੋਇਆ, ਜਿਹੜੇ ਆਪਾਂ 4 ਉਦਾਹਰਨਾਂ ਲਾਈਆਂ ਨੇ, ਫਿਰ ਟੇਡੀਆਂ ਮੇਡੀਆਂ ਜੂਨਾਂ ਨੇ। ਬਹੁਤਾ ਲੰਮਾ ਚੌੜਾ ਹਿਸਾਬ ਨਹੀਂ ਵੀ ਇੰਨਾ ਚਿਰ ਨਰਕਾਂ ਦੇ ਵਿੱਚ ਤੇ ਇੰਨਾ ਚਿਰ ਸਵਰਗ, ਉਹ ਅਸੀਂ ਬਣਾਏ ਹੋਏ ਨੇ। ਇਹ ਇੱਕ ਖਾਨ ਦਾ ਢੰਗ ਸੀ। ਕਿਸੇ ਨੂੰ ਕਹਿ ਦੇਣਾ ਵੀ ਤੂੰ ਇੰਨਾ ਚਿਰ ਨਰਕਾਂ ਦੇ ਵਿੱਚ ਹੈ, ਇੰਨਾ ਚਿਰ ਸਵਰਗਾਂ ਦੇ ਵਿੱਚ ਹੈ। ਗੁਰਮਤਿ ਇਸ ਚੀਜ਼ ਨੂੰ ਬਿਲਕੁਲ ਨਹੀਂ ਮੰਨਦੀ। ਕਿਸੇ ਨੇ ਦੇਖਿਆ ਥੋੜ੍ਹੀ, ਮੈਂ ਉਸ ਦਿਨ ਵੀ ਉਦਾਹਰਨ ਦਿੱਤੀ ਸੀ, ਇੱਕ ਦੱਜਿਆ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਆਂ, ਇੱਕ ਪੀ ਫਿਰ ਅਸਨ ਪਾਏ, ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ। ਪਤਾ ਥੋੜ੍ਹੀ ਲੱਗਦਾ ਹੈ। ਕਬੀਰ ਸਾਹਿਬ ਦਾ ਬਚਨ ਕਹਿ ਲਗੇ, ਮੋਹਿ ਬੈਰਾਗ ਭਇਓ ਇਹ ਜੀਓ ਕਹਾਂ ਗਇਓ। ਕਹਿੰਦੇ ਮੈਨੂੰ ਇਸੇ ਗੱਲ ਦੀ ਚਿੰਤਾ, ਇਹ ਆਇਆ ਤੇ ਸੀ, ਸਰੀਰ ਸਾਰਿਆਂ ਨੂੰ ਦੀਦਾ ਏ, ਅੱਜ ਅੰਦਰ ਦਾ ਹੰਸ ਉਡਾਰੀ ਮਾਰ ਗਿਆ, ਪਤਾ ਨਹੀਂ ਲੱਗਦਾ ਇਹ ਕਿੱਥੇ ਗਿਆ ਹੈ। ਇਸ ਕਰਕੇ ਜਿਹੋ ਜਿਹਾ ਕਰਮ ਕਰੇਗਾ ਉਹੋ ਜਿਹਾ ਤੇਰੇ ਕੋਲ ਜਨਮ ਜਾਂ ਮੌਤ ਦਾ ਕਨਸੈਪਟ ਚੱਲੇਗਾ। ਕਹਿਣਗੇ ਜਿਹਾ ਲਿਖਿਆ ਤੇਹਾ ਪਾਇਆ, ਜਿੱਦਾਂ ਦਾ ਕਰਮ ਕੀਤਾ ਉੱਦਾਂ ਦਾ ਫਲ ਮਿਲਿਆ। ਜਿਹਾ ਪੁਰਬ ਕਮਾਇਆ, ਜਿਹੋ ਜਿਹੇ ਤੇਰੇ ਪੂਰਬਲੇ ਕਰਮ ਸਨ। ਪਹਿਲੇ ਬੰਦ ਦੀ ਸਤਿਗੁਰੂ ਸਮਾਪਤੀ ਕਰਦੇ ਨੇ, ਕਹਿ ਲਗੇ ਧੰਨ ਸਰੰਦਾ ਸੱਚਾ ਪਾਤਸ਼ਾਹ,
ਜਿਨ ਜਗ ਧੰਦਾ ਲਾਇਆ। ਕਹਿਣ ਲੱਗੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਲਾਹੁਣ ਯੋਗ ਸਦਾ ਥਿਰ ਰਹਿਣ ਵਾਲਾ ਹੈ, ਜਿਨੇ ਸੰਸਾਰ ਨੂੰ ਝਮੇਲਿਆਂ ਦੇ ਵਿੱਚ, ਜਿਨੇ ਸੰਸਾਰ ਨੂੰ ਕਾਰ ਵਿਹਾਰ ਦੇ ਵਿੱਚ ਲਾਇਆ ਹੋਇਆ ਹੈ। ਇਸ ਕਰਕੇ ਉਸ ਪਰਮਾਤਮਾ ਦਾ ਨਾਮ ਜਪੋ। ਇਹ ਪਹਿਲੇ ਬੰਦ ਦੀ ਵਿਚਾਰ ਆਪਾਂ ਕੀਤੀ। ਪਾਠ ਤੇ ਮੈਂ ਦੂਸਰੇ ਬੰਦ ਦਾ ਕੀਤਾ ਸੀ, ਪਰ ਜਿਵੇਂ ਮਾਲਕ ਨੂੰ ਮਾਓ, ਜੇ ਮੈਂ ਆਰੰਭ 'ਚ ਹੀ ਕਹਿ ਦਿੱਤਾ ਸੀ, ਆਪਾਂ ਬੜੇ ਆਰਾਮ ਦੇ ਨਾਲ ਇਸ ਬਾਣੀ ਦੀ ਜਿਹੜੀ ਉਹ ਵਿਆਖਿਆ ਕਰਾਂਗੇ। ਸੋ ਇੱਥੇ ਸਮੇਂ ਦੀ ਸਮਾਪਤੀ ਹੈ ਜੀ। ਬਾਕੀ ਦੀ ਵਿਚਾਰ ਕੱਲ੍ਹ ਨੂੰ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਜਿਹਾ ਲਿਖਿਆ ਤਿਹਾ ਪਾਇਆ, ਜਿਹਾ ਪੁਰਬ ਕਮਾਇਆ। ਧੰਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੈ ਲਾਇਆ। ਵਾਹਿਗੁਰੂ ਜੀ ਕਾ ਖਾਲਸਾ,